उस खूह ਦੇ ਵਿੱਚ ਦੀ ਸੁਰੰਗ ਨਿਕਲਦੀ ਹੁੰਦੀ ਸੀ, ਵਿੱਚ ਕਮਰੇ ਬਣੇ ਹੋਏ ਸੀ। ਅਸੀਂ ਥੋੜਾ ਜਿਹਾ ਅੱਗੇ ਤੱਕ ਜਾਂਦੇ ਹੁੰਦੇ ਸੀ, ਪਰ ਅੱਗੇ ਹਨੇਰਾ ਬਹੁਤ ਸੀ, ਡਰ ਜਾਂਦੇ ਸੀ। ਉਹਨਾਂ ਨੂੰ ਦੀਪਕ ਰਾਗ ਗਾਣਾ ਆਉਂਦਾ ਸੀ, ਪਰ ਜਦੋਂ ਦੀਪਕ ਰਾਗ ਗਾਉਂਦੇ ਸੀ ਤਾਂ ਕਹਿੰਦੇ ਆ ਫਫੋਲੇ ਬਣ ਜਾਂਦੇ ਸੀ, ਸਰੀਰ 'ਚ ਅਗਨ ਪੈਦਾ ਹੋ ਜਾਂਦੀ ਸੀ। ਔਰ ਉਹ ਉਦੋਂ ਹੀ ਬੁੱਝ ਸਕਦੀ ਸੀ ਜੇ ਕੋਈ ਮਲਹਾਰ ਰਾਗ ਗਾਵੇ ਅਤੇ ਮਲਹਾਰ ਰਾਗ ਦੇ ਵਿੱਚ ਉਹ ਨਿਪੁੰਨ ਹੋਵੇ, ਮੀਂਹ ਪੈ ਜੇ, ਉਸ ਬਾਰਿਸ਼ ਦੇ ਨਾਲ ਜਿਹੜਾ ਹੈ ਉਹ ਅਗਨ ਸ਼ਾਂਤ ਹੁੰਦੀ ਸੀ। ਅਤੇ ਜਦੋਂ ਇਹਨਾਂ ਦੇ ਬੰਨ ਲੱਗਿਆ ਤਾਂ ਜਿਸ ਲੜਕੇ ਨਾਲ ਵਿਆਹ ਹੋਣਾ ਸੀਗਾ ਉਹਦੀ ਡੈਥ ਹੋ ਗਈ। 1562 ਈਸਵੀ ਦੇ ਵਿੱਚ ਇੱਥੇ ਪਹਿਲੀ ਵਾਰ ਮਾਤਾ ਬੰਨੋ ਦਾ ਪਿੰਡੀ ਰੂਪ ਜੋ ਮਿਲਿਆ, ਉਸ 'ਤੇ ਫਿਰ ਮੰਦਿਰ ਦਾ ਨਿਰਮਾਣ 1562 ਈਸਵੀ 'ਚ ਪਹਿਲੀ ਵਾਰ ਇੱਥੇ ਮੰਦਿਰ ਦਾ ਨਿਰਮਾਣ ਹੋਇਆ ਸੀ। ਅਕਬਰ ਖੁਦ ਮਾਤਾ ਬੰਨੋ ਦੀ ਜਿਹੜਾ ਹੈ ਲਾਸਟ ਸੈਰੇਮਨੀਜ਼ ਦੇ ਲਈ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦਰਸ਼ਕੋ, ਅੱਜ ਅਸੀਂ ਪਹੁੰਚੇ ਹੋਏ ਹਾਂ ਬਨੂੜ। ਜਦੋਂ ਚੰਡੀਗੜ੍ਹ ਤੋਂ ਹੁੰਦੇ ਹੋਏ, ਮੋਹਾਲੀ ਤੋਂ ਹੁੰਦੇ ਅਸੀਂ ਜਿਹੜਾ ਸ਼ਾਹੀ ਸ਼ਹਿਰ ਕਿਹਾ ਜਾਂਦਾ, ਪਟਿਆਲਾ ਵੱਲ ਨੂੰ ਜਾਂਦੇ ਹਾਂ ਤਾਂ ਰਾਜਪੁਰੇ ਤੋਂ ਪਹਿਲਾਂ ਇੱਕ ਸਟੇਸ਼ਨ ਆਉਂਦਾ, ਕਸਬਾ ਜਿਹਾ ਹੈਗਾ। ਅਤੇ ਬਨੂੜ ਦੀ ਆਪਣੇ ਆਪ ਦੇ ਵਿੱਚ ਇਤਿਹਾਸਿਕ ਮਹੱਤਤਾ ਬਹੁਤ ਹੈ, ਪੁਰਾਤਨਤਾ ਇਹਦੀ ਬਹੁਤ ਹੈਗੀ ਹੈ। ਔਰ ਪੁਰਾਤਨਤਾ ਇਹਦੀ ਕਿਉਂ ਹੈਗੀ ਹੈ, ਈਵਨ ਕਿ ਜੇ ਆਪਾਂ ਇੱਥੇ ਦੇ ਪੁਰਾਣੇ ਬਜ਼ੁਰਗਾਂ ਦੇ ਗੱਲਾਂ ਨੂੰ ਸੱਚ ਮੰਨੀਏ, ਦਾਅਵੇ ਸੱਚ ਮੰਨੀਏ, ਤਾਂ ਅਕਬਰ ਬਾਬਰ ਦਾ ਵੀ ਇਸ ਇਲਾਕੇ ਨਾਲ ਜਿਹੜਾ ਹੈਗਾ ਨਾਤਾ ਰਿਹਾ, ਰਿਸ਼ਤਾ ਰਿਹਾ, ਅਤੇ ਉਹ ਇੱਥੇ ਆ ਕੇ ਵੀ ਗਏ ਸਨ। ਬਨੂੜ ਕਿਹਦੇ ਨਾਂ 'ਤੇ ਵਸਿਆ ਹੋਇਆ, ਜਿਹਦੇ ਨਾਂ 'ਤੇ ਵਸਿਆ ਅੱਜ ਵੀ ਲੋਕ ਉਹਨੂੰ ਕਿਉਂ ਪੂਜਦੇ ਨੇ, ਇਹਦੀ ਇਤਿਹਾਸਕ ਮਹੱਤਤਾ ਕੀ ਹੈ, ਅਜਿਹੇ ਕੁਝ ਆਪਾਂ ਗੱਲਬਾਤ ਅੱਜ ਕਰਨ ਜਾ ਰਹੇ ਹਾਂ ਬਨੂੜ ਦੇ ਵਾਸੀਆਂ ਦੇ ਨਾਲ। ਸਾਡੇ ਨਾਲ ਇੱਥੇ ਬਿਕਰਮਜੀਤ ਪਾਸੀ ਮੌਜੂਦ ਨੇ, ਪੇਸ਼ੇ ਤੋਂ ਵਕੀਲ ਹੈਗੇ ਨੇ, ਸੋ ਸਾਨੂੰ ਇਸ ਤੋਂ ਜਾਣੂ ਕਰਾਉਣਗੇ। ਸੋ ਬਿਕਰਮਜੀਤ ਜੀ, ਪਹਿਲਾ ਸਵਾਲ ਇਹੀ ਜਾਣਨਾ ਚਾਹਾਂਗੇ ਕਿ ਜਿਹੜਾ ਬਨੂੜ ਹੈਗਾ ਉਹ ਕਿਹਦੇ ਨਾਂ 'ਤੇ ਵਸਿਆ ਹੋਇਆ ਅਤੇ ਇਹਦੀ ਇਤਿਹਾਸਕ ਅਤੇ ਪੁਰਾਤਨ ਮਹੱਤਤਾ ਕੀ ਹੈ? ਨਮਸਕਾਰ, ਸਤਿ ਸ਼੍ਰੀ ਅਕਾਲ ਸਾਰਿਆਂ ਸਰੋਤਿਆਂ ਨੂੰ, ਤੁਹਾਡੇ ਚੈਨਲ ਦਿਆਂ ਨੂੰ ਪ੍ਰਮਾਤਮਾ ਖੁਸ਼ੀਆਂ ਖੇੜੇ ਦੇਵੇ। ਬਨੂੜ ਇੱਕ ਇਤਿਹਾਸਿਕ ਸ਼ਹਿਰ ਹੈ। ਬਨੂੜ ਦਾ ਜਿਹੜਾ ਇਤਿਹਾਸ ਹੈ ਇਹ ਰਾਜਾ ਵਿਕਰਮਾਦਿੱਤਿਆ ਦੇ ਸਮੇਂ ਤੋਂ ਤਾਂ ਆਮ ਚਰਚਾ 'ਚ, ਉਸ ਤੋਂ ਪਹਿਲਾਂ ਵੀ ਬਨੂੜ ਸ਼ਹਿਰ ਵਸਿਆ ਹੋਇਆ ਸੀ। ਜਿੱਦਾਂ ਤੁਸੀਂ ਗੱਲ ਕੀਤੀ ਹੈ ਮੋਹਾਲੀ ਦੀ ਜਾਂ ਰਾਜਪੁਰਾ ਦੀ ਜਾਂ ਪਟਿਆਲਾ ਦੀ, ਇਹ ਸਾਰੇ ਸ਼ਹਿਰ ਬਾਅਦ 'ਚ ਵਸੇ ਹੈ। ਬਨੂੜ ਦਾ ਜ਼ਿਕਰ ਪੁਰਾਤਨ ਗ੍ਰੰਥਾਂ ਦੇ ਵਿੱਚ ਵੀ ਆਉਂਦਾ ਹੈ। ਰਾਜਾ ਵਿਕਰਮਾਦਿੱਤਿਆ ਨੇ ਜਿਹੜਾ ਸਾਹਮਣੇ ਮਾਤਾ ਬੰਨੋ ਮਾਈ ਮੰਦਿਰ ਦੇ ਸਾਹਮਣੇ ਜਿਹੜਾ ਖੂਹ ਹੈ ਤੁਸੀਂ ਦੇਖ ਰਹੇ ਹੋ, ਇਹ ਇਤਿਹਾਸਿਕ ਖੂਹ ਹੈ, ਰਾਜਾ ਵਿਕਰਮਾਦਿੱਤਿਆ ਦੇ ਜ਼ਮਾਨੇ ਦਾ ਬਣਿਆ ਹੋਇਆ ਖੂਹ ਹੈ। ਬਨੂੜ ਦਾ ਪਹਿਲਾ ਨਗਰ ਸੀਗਾ ਪਿਹੋਪਾ ਨਗਰ। ਇਹ ਮਸ਼ਹੂਰ ਸੀਗਾ, ਇੱਥੇ ਚਮੇਲੀ ਦੇ ਇਤਰ ਦਾ ਕਾਰੋਬਾਰ ਹੁੰਦਾ ਸੀ, ਸਭ ਤੋਂ ਵੱਧ ਇੱਥੇ ਫੁੱਲਾਂ ਦੀ ਖੇਤੀ ਹੁੰਦੀ ਸੀ। ਪਿਹੋਪਾ ਨਗਰ ਤੋਂ ਇਹਦਾ ਨਾਂ ਪੁਸ਼ਪ ਨਗਰੀ ਬਣਿਆ, ਪੁਸ਼ਪ ਫੁੱਲ ਨੂੰ ਕਹਿੰਦੇ ਆ ਹਿੰਦੀ 'ਚ, ਤਾਂ ਇਹਦਾ ਨਾਂ ਪੁਸ਼ਪ ਨਗਰੀ ਵੀ ਰਿਹਾ, ਪੁਸ਼ਪਵਤੀ ਵੀ ਰਿਹਾ। ਅਤੇ ਪੁਸ਼ਪਾ ਨਗਰੀ ਤੋਂ ਫਿਰ ਜਦੋਂ ਮਾਤਾ ਬੰਨੋ, ਜਿਨ੍ਹਾਂ ਦਾ ਐਕਚੁਅਲ ਨਾਮ ਨੂਰਾ ਦੇਵੀ ਨੀਰੂ ਸੀ, ਸਾਡੇ ਬਨੂੜ ਦੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਛਿੰਬਿਆਂ ਦੇ ਪਰਿਵਾਰ 'ਚੋਂ ਲੜਕੀ ਸੀਗੇ ਇਹ, ਲੇਕਿਨ ਇਹ ਸ਼ੁਰੂ ਤੋਂ ਹੀ ਅਧਿਆਤਮ ਵੱਲ ਜੁੜੇ ਹੋਏ ਸੀ। ਸੰਗੀਤ ਦੀ ਬਹੁਤ ਵੱਡੀ ਇਹਨਾਂ ਕੋਲੇ ਦਾਤ ਸੀਗੀ, ਅਤੇ ਇਹ ਵਿਆਹ ਵੀ ਨਹੀਂ ਸੀ ਕਰਾਉਣਾ ਚਾਹੁੰਦੇ। ਅਤੇ ਬਨੂੜ ਫਿਰ ਇਹਨਾਂ ਦੇ ਨਾਂ 'ਤੇ ਬੰਨੋ ਇਹਨਾਂ ਦਾ ਨਾਮ ਪੈ ਗਿਆ ਸੀ। ਉਹ ਇਸ ਤਰ੍ਹਾਂ ਪਿਆ ਕਿ ਇਹਨਾਂ ਦਾ ਵਿਆਹ ਰੱਖਤਾ ਸੀ, ਪਰ ਇਹ ਹਮੇਸ਼ਾ ਭਗਤੀ 'ਚ ਲੀਨ, ਸੰਗੀਤ 'ਚ ਮਸਤ ਰਹਿੰਦੇ ਸੀ। ਅਤੇ ਜਦੋਂ ਇਹਨਾਂ ਦੇ ਬੰਨ ਲੱਗਿਆ ਤਾਂ ਜਿਸ ਲੜਕੇ ਨਾਲ ਵਿਆਹ ਹੋਣਾ ਸੀਗਾ ਉਹਦੀ ਡੈਥ ਹੋ ਗਈ, ਅਤੇ ਇਹਨਾਂ ਦਾ ਬੰਨ ਲੱਗਿਆ ਰਹਿ ਗਿਆ, ਤਾਂ ਇਹਨਾਂ ਨੂੰ ਬੰਨੋ ਕਹਿਣ ਲੱਗ ਗਏ। ਅਤੇ ਫਿਰ ਉਸ ਤੋਂ ਬਾਅਦ ਜਦੋਂ ਤਾਨਸੇਨ ਜੀ, ਉਹਨਾਂ ਨੂੰ ਦੀਪਕ ਰਾਗ ਗਾਣਾ ਆਉਂਦਾ ਸੀ, ਪਰ ਜਦੋਂ ਦੀਪਕ ਰਾਗ ਗਾਉਂਦੇ ਸੀ ਤਾਂ ਕਹਿੰਦੇ ਆ ਫਫੋਲੇ ਬਣ ਜਾਂਦੇ ਸੀ, ਸਰੀਰ 'ਚ ਅਗਨ ਪੈਦਾ ਹੋ ਜਾਂਦੀ ਸੀ। ਔਰ ਉਹ ਉਦੋਂ ਹੀ ਬੁੱਝ ਸਕਦੀ ਸੀ ਜੇ ਕੋਈ ਮਲਹਾਰ ਰਾਗ ਗਾਵੇ ਅਤੇ ਮਲਹਾਰ ਰਾਗ ਦੇ ਵਿੱਚ ਉਹ ਨਿਪੁੰਨ ਹੋਵੇ, ਮੀਂਹ ਪੈ ਜੇ, ਉਸ ਬਾਰਿਸ਼ ਦੇ ਨਾਲ ਜਿਹੜਾ ਹੈ ਉਹ ਅਗਨ ਸ਼ਾਂਤ ਹੁੰਦੀ ਸੀ। ਤਾਂ ਰਾਜਾ ਅਕਬਰ ਨੇ ਜ਼ਿੱਦ ਕੀਤੀ, ਤਾਨਸੇਨ ਨੂੰ ਦੀਪਕ ਰਾਗ ਗਾਣਾ ਪੈ ਗਿਆ, ਲੇਕਿਨ ਉਹੀ ਜਲਨ ਪੈਦਾ ਹੋ ਗਈ, ਕਿਤੇ ਕੋਈ ਇਲਾਜ ਨਹੀਂ ਸੀ। ਅਤੇ ਫਿਰ ਉਹ ਭਟਕਦੇ ਜਦੋਂ ਇੱਥੋਂ ਨਿਕਲਿਆ ਇਸੇ ਖੂਹ ਦੇ ਉੱਤੇ ਮਾਤਾ ਬੰਨੋ ਪਾਣੀ ਭਰ ਰਹੇ ਸੀ, ਜਿੱਥੇ ਆਹ ਮੰਦਿਰ ਹੈ ਇੱਥੇ ਚਬੂਤਰਾ ਸੀ। ਤਾਂ ਤਾਨਸੇਨ ਜਦੋਂ ਉੱਥੋਂ ਨਿਕਲਿਆ ਠੰਡੇ ਪ੍ਰਦੇਸ਼ 'ਚ ਜਾਣ ਲਈ, ਤਾਂ ਇੱਥੇ ਉਹਨੇ ਪਾਣੀ ਮੰਗਿਆ। ਤਾਂ ਮਾਤਾ ਬੰਨੋ ਨੇ, ਜਿਨ੍ਹਾਂ ਨੂੰ ਬੰਨੋ ਕਹਿਣ ਲੱਗ ਗਏ ਸੀ, ਉਹਨਾਂ ਨੇ ਕਿਹਾ ਕਿ ਤੇਰੀ ਪਿਆਸ ਇਸ ਸਧਾਰਨ ਪਾਣੀ ਨਾਲ ਨਹੀਂ ਬੁਝਣੀ, ਤੇਰੀ ਪਿਆਸ ਤਾਂ ਮਲਹਾਰ ਰਾਗ ਹੀ ਬੁਝਾ ਸਕਦਾ। ਅਤੇ ਉਹਨੇ ਫਿਰ ਉਹ ਸਮਝ ਗਿਆ
ਤਾਂ ਉਹਨੇ ਫਿਰ ਮਾਤਾ ਬੰਨਾ ਨੂੰ ਅਰਜ਼ੋਈ ਕੀਤੀ, ਅਰਜ਼ ਕੀਤੀ। ਤਾਂ ਮਾਤਾ ਨੇ ਇੱਥੇ ਜਿਹੜਾ ਜਿੱਥੇ ਆਪਾਂ ਬੈਠੇ ਹਾਂ, ਇੱਥੇ ਚਬੂਤਰਾ ਸੀ, ਉੱਥੇ ਬੈਠ ਕੇ ਫਿਰ ਮਲਹਾਰ ਰਾਗ ਗਾਇਆ, ਜਿਹਦੇ ਨਾਲ ਬਾਰਿਸ਼ ਹੋਈ ਤੇ ਤਾਨਸੇਨ ਦੇ ਦੁਖੜੇ ਦੂਰ ਹੋਏ। ਇਸੇ ਕਰਕੇ ਸਾਡੇ ਬਜ਼ੁਰਗ ਵੀ ਸਾਨੂੰ ਦੱਸਦੇ ਸੀ, ਇੱਥੇ ਤੁਸੀਂ ਕਹੋਗੇ ਤਾਂ ਆਮ ਚਰਚਾ ਹੋਏਗੀ, ਹਰ ਬੰਦਾ ਕਹੂਗਾ ਕਿ ਤਾਨਸੇਨ ਦੇ ਦੁਖੜੇ ਦੂਰ ਕਰਨ ਵਾਲੀ ਮਾਤਾ ਬੰਨੋ। ਫਿਰ ਜਦੋਂ ਅਕਬਰ ਨੂੰ ਪਤਾ ਲੱਗਾ, ਅਕਬਰ ਇੱਕ ਵਾਰੀ ਮਾਤਾ ਬੰਨੋ ਨੂੰ ਇੱਥੋਂ ਅੰਬਾਲੇ ਵੀ ਆਇਆ ਹੋਇਆ ਸੀ, ਉਹ ਮਾਤਾ ਬੰਨੋ ਨੂੰ ਅੰਬਾਲੇ ਵੀ ਬੁਲਾਇਆ ਗਿਆ, ਲੇਕਿਨ ਮਾਤਾ ਦਾ ਮਨ ਰਾਜ ਉਸ 'ਚ ਨਹੀਂ ਸੀ, ਸੁੱਖਾਂ 'ਚ। ਉਹ ਤਾਂ ਇੱਥੇ ਆਪਣਾ ਸੰਗੀਤ 'ਤੇ ਹੀ ਉਹ ਰਹਿੰਦੇ ਸੀ। ਫਿਰ ਉਹਨਾਂ ਨੇ ਜਿਹੜਾ ਸਰੀਰ ਛੱਡਤਾ। ਉਸ ਤੋਂ ਬਾਅਦ 1562 ਈਸਵੀ ਦੇ ਵਿੱਚ ਇੱਥੇ ਪਹਿਲੀ ਵਾਰ ਮਾਤਾ ਬੰਨੋ ਦਾ ਪਿੰਡੀ ਰੂਪ ਜੋ ਮਿਲਿਆ, ਉਸ 'ਤੇ ਫਿਰ ਮੰਦਿਰ ਦਾ ਨਿਰਮਾਣ 1500 ਦਰਸ਼ਨ ਕਰ ਰਹੇ ਆਪਾਂ। ਹਾਂਜੀ ਹਾਂ, 1562 ਈਸਵੀ 'ਚ ਪਹਿਲੀ ਵਾਰ ਇੱਥੇ ਮੰਦਿਰ ਦਾ ਨਿਰਮਾਣ ਹੋਇਆ ਸੀ। ਅਕਬਰ ਖੁਦ ਮਾਤਾ ਬੰਨੋ ਦੀ ਜਿਹੜਾ ਹੈ ਲਾਸਟ ਸੈਰੇਮਨੀਜ਼ ਦੇ ਲਈ ਆਇਆ ਸੀ, ਔਰ ਸੋਨੇ ਦੀਆਂ ਅਸ਼ਰਫੀਆਂ ਦਾ ਉਹਨੇ ਜਿਹੜਾ ਹੈ ਬਵਾਨ ਕੱਢਿਆ ਸੀ। ਔਰ ਅੱਜ ਤੱਕ ਕਿਹਾ ਗਿਆ ਕਿ ਬਨੂੜ ਦੇ ਇਤਿਹਾਸ ਦੇ ਵਿੱਚ ਨਾ ਕਦੇ ਪਹਿਲਾਂ ਐਡਾ ਵੱਡਾ ਬਵਾਨ ਨਿਕਲਿਆ, ਨਾ ਕਦੇ ਨਿਕਲ ਸਕਦਾ। ਸੁਣਿਆ ਵੀ ਜਾਂਦਾ ਕਿ ਪੂਰੇ ਸ਼ਹਿਰ 'ਚ ਆਪਣਾ ਉਹ ਕਾਲੀਨ ਵਿਛਾਏ ਗਏ, ਕਾਲੀਨ ਵਿਛਾਏ ਗਏ ਸੀ। ਅਕਬਰ ਨੇ ਆਪ ਆ ਕੇ ਸਾਰਾ ਉਹਦੀ ਵਰਖਾ ਹੋਈ ਸੀ। ਸੋ ਉਦੋਂ ਤੋਂ ਫਿਰ ਉਹਨੇ ਕਿਹਾ ਸੀ ਕਿ ਇਸ ਪੁਸ਼ਪ ਨਗਰੀ ਦਾ ਨਾਮ ਬੰਨੋ ਦਾ ਬਾਨੂਰ ਹੋਏਗਾ। ਬਾਨੂਰ, ਨੂਰ ਸੇ ਸਰਾਬੋਰ ਉਰਦੂ ਦਾ ਲਫ਼ਜ਼ ਹੈ, ਨੂਰ ਨਾਲ ਭਰਿਆ ਹੋਇਆ। ਉਹ ਬਾਨੂਰ ਤੋਂ ਹੌਲੇ ਹੌਲੇ ਵਰਡ ਬਣ ਗਿਆ ਬਨੂੜ। ਬਾਨੂਰ, ਬਨੂਰ ਤੇ ਬਨੂੜ, ਇਸ ਹਿਸਾਬ ਨਾਲ ਇਹਦਾ। ਇੱਕ ਹੋਰ ਤੁਹਾਨੂੰ ਦੱਸਦਾ, ਰਾਜਾ ਵਿਕਰਮਾਦਿੱਤ ਦੇ ਸਮੇਂ ਮਾਧਵਨਰ ਔਰ ਕਾਮਕੰਧਾਲਾ ਹੋਏ ਹੈ, ਉਹ ਵੀ ਬਨੂੜ ਦੇ ਵਸਿੰਦੇ ਸੀਗੇ। ਤੇ ਦੇਖੋ ਤੁਸੀਂ ਕਿ ਰਾਜਾ ਵਿਕਰਮਾਦਿੱਤਿਆ ਨੇ ਇਹ ਖੂਹ ਨਿਰਮਾਣ ਕਰਵਾਇਆ। ਤੋ ਇਸ ਹਲਕੇ ਦੇ ਵਿੱਚ ਤੁਸੀਂ ਕਹਿ ਲਓ, ਇਸ ਇਲਾਕੇ ਦੇ ਵਿੱਚ ਅਗਰ ਕੋਈ ਸਭ ਤੋਂ ਪੁਰਾਤਨ ਸ਼ਹਿਰ ਹੈ ਉਹ ਤਾਂ ਸਾਡਾ ਬਨੂੜ ਹੈ ਜੀ। ਪਿਹੋਪਾ ਨਗਰ, ਪੁਸ਼ਪ ਨਗਰੀ, ਫਿਰ ਬਨੂੜ। ਬਾਬਰ ਦਾ ਵੀ ਕੋਈ ਹੈ ਕਿੱਸਾ ਜੁੜਿਆ ਬਨੂੜ ਨਾਲ? ਹਾਂਜੀ ਹਾਂ, 1526 ਈਸਵੀ ਦੇ ਵਿੱਚ ਜਦੋਂ ਬਾਬਰ ਇੱਥੇ ਆਇਆ ਸੀ ਤਾਂ ਘੱਗਰ ਜਿਹੜਾ ਹੈ ਨਾ ਜੀ, ਬਿਲਕੁਲ ਬਨੂੜ ਦੇ ਨੇੜੇ ਵਗਦਾ ਸੀਗਾ। ਤੇ ਉਹਨੇ ਦੇਖਿਆ ਕਿ ਬੜਾ ਸੁੰਦਰ ਸ਼ਹਿਰ ਹੈ ਇੱਥੇ। ਫੁੱਲ, ਕਿਉਂਕਿ ਮੈਂ ਦੱਸਿਆ ਫੁੱਲਾਂ ਦੀ ਖੇਤੀ ਹੁੰਦੀ ਸੀ, ਚਮੇਲੀ ਦਾ ਇਤਰ ਦਾ ਸਭ ਤੋਂ ਵੱਡਾ ਕਾਰੋਬਾਰ ਬਨੂੜ 'ਚ ਹੁੰਦਾ ਸੀ। ਤੇ 1526 ਈਸਵੀ 'ਚ ਇਹਦਾ ਨਾਂ ਪੁਸ਼ਪ ਨਗਰੀ ਸੀ। ਤੇ ਉਹਨੇ ਫਿਰ ਇੱਥੇ ਉਹ ਬੜਾ ਖੁਸ਼ ਹੋਇਆ। ਉਹਨੇ ਕਿਹਾ ਕਿ ਘੱਗਰ ਦੇ ਕੰਢੇ ਇੱਕ ਬਹੁਤ ਸੁੰਦਰ ਸ਼ਹਿਰ ਹੈ, ਔਰ ਛੱਤ ਵੀ ਇਸੇ ਬਨੂੜ ਦਾ ਹਿੱਸਾ ਹੁੰਦਾ ਸੀ। ਇਹ ਐਡਾ ਵੱਡਾ ਸ਼ਹਿਰ ਸੀ। ਬਾਕੀ ਮਹੱਲੇ ਸੀਗੇ, ਜਿੱਦਾਂ ਕਰਾਲਾ ਹੋ ਗਿਆ, ਹੋਰ ਪਿੰਡ ਰਸਤੇ 'ਚ ਵੀ ਸੀਸੇ ਖਾਂ ਹੋ ਗਿਆ, ਇਹ ਮਹੱਲੇ ਸੀਗੇ ਇੱਕ ਤਰ੍ਹਾਂ ਨਾਲ। ਤੇ ਅਕਬਰ ਨੇ ਫਿਰ ਜਦੋਂ ਬੁੱਕ ਲਿਖੀ ਗਈ ਤੁਝ ਕੇ ਬਾਬਰੀ, ਉਹਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ 1526 ਈਸਵੀ ਦੇ ਵਿੱਚ। ਔਰ ਇੱਕ ਹੋਰ ਬੜੀ ਇਤਿਹਾਸਿਕ ਮਹੱਤਤਾ ਸੀ, ਬਨੂੜ ਤੋਂ ਛੱਤ ਤੱਕ ਇੱਕ ਸੁਰੰਗ ਨਿਕਲਦੀ ਸੀ। ਛੱਤ ਦੇ ਕੋਲੇ ਜਿੱਥੇ ਉਹ ਨਿਕਲਦੀ ਹੈ, ਉੱਥੇ ਅੱਜ ਵੀ ਪੁਰਾਤੱਤਵ ਵਿਭਾਗ ਨੇ ਸੰਭਾਲਿਆ ਹੋਇਆ। ਉੱਥੇ ਅੱਜ ਵੀ ਖੂਹ ਹੈ, ਖੂਹ ਦੇ ਵਿੱਚ ਕਮਰੇ ਬਣੇ ਹੋਏ ਆ ਨੀਚੇ। ਤੇ ਮੈਂ ਆਪ ਜਾ ਕੇ ਉੱਥੇ ਦੇਖ ਕੇ ਆਇਆ। ਇੱਥੋਂ ਤਾਂ ਕਿਉਂਕਿ ਅਸੀਂ ਛੋਟੇ ਸੀਗੇ, ਇੱਥੇ ਇੱਕ ਸੁਸਾਇਟੀ ਆਈ, ਉਹਨਾਂ ਨੇ ਆ ਕੇ ਜਿਹੜਾ ਹੈ ਜੀ ਉਹ ਖੂਹ ਬੰਦ ਕਰਕੇ ਉਹਦੇ ਉੱਤੇ ਬਿਲਡਿੰਗ ਬਣਾਤੀ। ਹੁਣ ਅੱਜ ਕੱਲ੍ਹ ਮਸਜਿਦ ਬਣੀ ਹੋਈ ਹੈ। ਪਰ ਉੱਥੋਂ ਅਸੀਂ ਛੋਟੇ ਹੁੰਦਿਆਂ ਨੇ, ਮੇਰੇ ਤੋਂ ਵੱਡੇ ਆ ਮੇਰੇ ਸਾਡੇ ਸੈਕਟਰੀ ਸਾਹਿਬ ਅਸ਼ਵਨੀ ਸ਼ਰਮਾ ਜੀ, ਇਹਨਾਂ ਨੇ ਵੀ ਦੇਖੀ ਹੈ, ਉਸ ਖੂਹ ਦੇ ਵਿੱਚ ਦੀ ਸੁਰੰਗ ਨਿਕਲਦੀ ਹੁੰਦੀ ਸੀ, ਵਿੱਚ ਕਮਰੇ ਬਣੇ ਹੋਏ ਸੀ। ਅਸੀਂ ਥੋੜਾ ਜਿਹਾ ਅੱਗੇ ਤੱਕ ਜਾਂਦੇ ਹੁੰਦੇ ਸੀ, ਪਰ ਅੱਗੇ ਹਨੇਰਾ ਬਹੁਤ ਸੀ, ਡਰ ਜਾਂਦੇ ਸੀ ਛੋਟੇ ਸੀ। ਇਹ ਆਪਣਾ ਵਿਕਰਮ ਜੀ ਕਿੰਨੇ ਸਾਲ ਹੋ ਗਏ ਵੀ ਉੱਥੇ ਮਸਜਿਦ ਬਣ ਗਈ? ਮਸਜਿਦ ਹੋ ਗਏ ਮੇਰੇ ਖਿਆਲ ਨਾਲ 20 ਸਾਲ ਹੋ ਗਏ। 20 ਸਾਲ ਹੋ ਗਏ। ਇਹ ਉਦੋਂ ਮੈਂ ਸੀਗਾ 5ਵੀਂ ਕੀ ਕਲਾਸ ਦੇ ਵਿੱਚ, ਜਦੋਂ ਉੱਥੇ ਉਹਨਾਂ ਨੇ ਖੂਹ ਭਰਨਾ ਬੰਦ ਕਰਤਾ ਸੀਗਾ, ਸ਼ੁਰੂ ਕਰਤਾ ਸੀਗਾ ਖੂਹ ਬੰਦ ਕਰਨਾ। ਤੇ ਤਕਰੀਬਨ 3-4 ਸਾਲਾਂ 'ਚ ਉੱਥੋਂ, ਕਿਉਂਕਿ ਲੋਕਾਂ ਨੇ ਆਵਾਜ਼ ਨਹੀਂ ਚੱਕੀ। ਸਾਡੇ ਬਨੂੜ ਦੇ ਐਕਚੁਅਲੀ ਜਿਹੜੇ ਅਸਲੀ ਵਸਿੰਦੇ ਆ ਨਾ, ਉਹ ਬਹੁਤ ਸਾਊ ਲੋਕ ਆ ਸਾਡੇ ਬਨੂੜ ਦੇ। ਉਹ ਵਿਰੋਧ ਨਹੀਂ ਕਰਿਆ। ਹੁਣ ਤਾਂ ਬੰਨੋ ਮਾਈ ਦਾ ਵੀ ਮੰਦਿਰ ਤੁਹਾਨੂੰ ਪਤਾ ਲੱਗਿਆ ਹੋਣਾ, ਢਾਣ ਦਾ ਆਰਡਰ ਆਇਆ ਸੀ, ਸਾਨੂੰ ਬੜਾ ਸੰਘਰਸ਼ ਕਰਨਾ ਪਿਆ ਸਾਡੀ ਕਮੇਟੀ ਨੂੰ। ਪਰ ਉਸ ਟਾਈਮ ਉਹ ਲੋਕਾਂ ਨੇ ਕਿਤੇ ਆਵਾਜ਼ ਨਹੀਂ ਚੱਕੀ। ਅਦਰਵਾਈਜ਼ ਉਹ ਪੁਰਾਤੱਤਵ ਦੇ ਪੁਆਇੰਟ ਆਫ ਵਿਊ ਦੇ ਨਾਲ ਉਹ ਬੈਸਟ ਐਗਜ਼ਾਮਪਲ ਸੀਗੀ ਇੱਕ। ਜਦੋਂ ਬਨੂੜ ਤੋਂ ਛੱਤ ਤੱਕ, ਛੱਤ ਵਾਲੇ ਪਾਸਿਓਂ ਹਲੇ ਵੀ ਉਹ ਖੁੱਲੀ ਹੈ, ਉੱਥੇ ਪੁਰਾਤੱਤਵ ਵਾਲਿਆਂ ਨੇ ਆਪਣੇ ਜੰਗਲੇ ਲਗਾ ਕੇ ਲੋਕ ਲਗਾਏ ਹੋਏ ਆ। ਉਹ ਖਤਮ ਨਹੀਂ ਹੋਣ ਦਿੱਤਾ ਉੱਥੇ ਉਸ ਨਿਸ਼ਾਨੀ ਨੂੰ। ਆਪਾਂ ਕਹੀਏ ਅਵਸ਼ੇਸ਼ ਉਹਦੇ ਬਾਕੀ ਨੇ। ਹਾਂਜੀ ਹਾਂ, ਛੱਤ ਦੇ ਕੋਲੇ, ਛੱਤ ਦੇ ਵਿੱਚ। ਛੱਤ ਵੈਸੇ ਤਾਂ ਚਿੜੀਆ ਘਰ ਕਰਕੇ ਜ਼ਿਆਦਾ ਮਸ਼ਹੂਰ ਹੈਗਾ। ਛੱਤ ਚਿੜੀਆ ਘਰ ਤਾਂ ਦੇਖੋ 1560 ਤੋਂ ਬਾਅਦ 1960 ਤੋਂ ਬਾਅਦ ਬਣਿਆ। ਅਦਰਵਾਈਜ਼ ਛੱਤ ਬਨੂੜ ਇਕੱਠਾ ਗਿਣਿਆ ਜਾਂਦਾ ਸੀਗਾ। ਸੋ ਐਡੀ ਵੱਡੀ ਵਿਕਰਮ ਜੀ ਇਤਿਹਾਸਕ ਮਹੱਤਤਾ ਹੈਗੀ ਹੈ, ਇਹਦੀ ਪੁਰਾਤਨ ਮਹੱਤਤਾ ਹੈਗੀ ਹੈ, ਧਾਰਮਿਕ ਮਹੱਤਤਾ ਹੈਗੀ ਹੈ। ਉਸ ਹਿਸਾਬ ਨਾਲ ਸਰਕਾਰਾਂ ਨੇ ਨਹੀਂ ਵੱਖ-ਵੱਖ ਸਮੇਂ ਦੇ ਜਿਹੜੇ ਆਈਆਂ ਇਹਦੀ ਸੰਭਾਲ ਕੀਤੀ? ਸਰ, ਸਰਕਾਰਾਂ ਨੇ ਤਾਂ ਬਨੂੜ ਦਾ ਨੁਕਸਾਨ ਕੀਤਾ।
ਤੁਸੀਂ ਸੰਭਾਲ ਦੀ ਗੱਲ ਕਰਦੇ ਹੋ। ਬਨੂੜ ਦੇ ਵਿੱਚ 3 ਇਤਿਹਾਸਿਕ ਚੀਜ਼ਾਂ ਹੈ। ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਜੋ ਆਹਲੂਵਾਲੀਆ ਮਹੱਲੇ 'ਚ ਹੈ, ਜਿਹੜਾ ਇਹ ਸੜਕ ਤੇ ਆਏ ਤਾਂ 1984-85 'ਚ ਬਣਿਆ ਹੈ। ਇਹ ਨਹੀਂ ਹੈ ਇਤਿਹਾਸਿਕ, ਮੈਂ ਸਪਸ਼ਟ ਕਹਿ ਰਿਹਾ। ਉਹ ਆਹਲੂਵਾਲੀਆ ਮਹੱਲੇ ਦੇ ਵਿੱਚ ਹੈ ਜਿਹੜਾ ਗੁਰਦੁਆਰਾ ਸਾਹਿਬ, ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਵੀ ਆਏ ਹੈ। ਈਵਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚਿੱਠੀ ਲਿਖੀ ਸੀ ਬਨੂੜ ਦੇ ਲੋਕਾਂ ਦੇ ਨਾਮ। ਉਹ ਚਿੱਠੀ ਦਾ ਪ੍ਰਾਰੂਪ ਅੱਜ ਵੀ ਪਿਆ ਉੱਥੇ। ਉਸ ਦੀ ਲੜਾਈ ਵੀ ਉੱਥੇ ਕਮੇਟੀ ਨੂੰ ਲੜਨੀ ਪਈ, ਮੈਂ ਖੁਦ ਅੱਗੇ ਹੋ ਕੇ ਲੜੀ ਆ ਉਹ ਲੜਾਈ। ਅੱਛਾ, ਦੂਜਾ ਸਾਡਾ ਬੰਨੋ ਮਾਈ ਮੰਦਿਰ, ਇਹ ਇਤਿਹਾਸਿਕ ਮੱਤਾ। ਤੀਜਾ ਮੈਂ ਤੁਹਾਨੂੰ ਦੱਸਿਆ ਉਹ ਸੁਰੰਗ ਉਹ ਬੰਦ ਹੀ ਹੋ ਲਿਆ। ਬਨੂੜ ਹਲਕਾ ਹੁੰਦਾ ਸੀ, ਅਸੈਂਬਲੀ ਸੀ, ਉਹ ਖਤਮ ਕਰ ਦਿੱਤੀ ਗਈ। ਬਨੂੜ ਸਾਨੂੰ 2 ਜ਼ਿਲ੍ਹਿਆਂ 'ਚ ਵੰਡ ਕੇ ਰੱਖਤਾ। ਸਾਡਾ ਕੋਟ ਮੋਹਾਲੀ ਹੈ, ਸਾਨੂੰ MLA ਔਰ SSP ਪਟਿਆਲਾ, MLA ਰਾਜਪੁਰਾ, MP ਪਟਿਆਲਾ, SSP ਪਟਿਆਲਾ, SDM ਮੋਹਾਲੀ। ਆ ਤੁਸੀਂ ਆ ਦੇਖ ਹੀ ਰਹੇ ਹੋ ਸਾਹਮਣੇ, ਆ ਚਾਈਨਾ ਦੀ ਦੀਵਾਰ ਬਣਾਈ ਹੋਈ ਆ, ਕਿੱਡਾ ਵੱਡਾ ਪੁਲ ਬਣਾਤਾ ਸ਼ਹਿਰ ਦੇ ਗੱਬੋ ਵਿੱਚੋਂ ਵਿੱਚ। ਇਹਨੂੰ ਪਿੱਲਰਾਂ ਵਾਲਾ ਬਣਾ ਦਿੰਦੇ ਜ਼ਿਆਦਾ ਵਧੀਆ ਸੀ। ਸਮਝਦੇ ਕਿਉਂ ਇਹ, ਮਤਲਬ ਤੁਹਾਨੂੰ ਟੁਕੜਿਆਂ 'ਚ ਕਿਉਂ ਵੰਡ ਦਿੱਤਾ ਗਿਆ? ਮੈਂ ਉਹੀ ਦੱਸਿਆ ਨਾ, ਜਿਹੜਾ ਬਨੂੜ ਦੇ ਐਕਚੁਅਲ ਵਸਿੰਦੇ ਲੋਕ ਹੈ ਉਹ ਬੜੇ ਸਾਊ ਲੋਕ ਹੈ, ਉਹ ਬੋਲਦੇ ਨਹੀਂ। ਉਹ ਹੱਕ ਦੇ ਲਈ ਵੀ ਨਹੀਂ ਲੜੇ। ਹੱਕ ਹੀ ਸੀ, ਇਹ ਹੱਕ ਹੀ ਹੈ ਤੁਹਾਡਾ। ਇਹ ਤਾਂ ਐਕਚੁਅਲ ਬਨੂੜ ਦੇ ਵਿੱਚ ਨਾ ਸਾਡੀ ਕਮੀ ਕਿਆ ਰਹੀ ਕਿ ਸਾਨੂੰ ਸ਼ਹਿਰ ਦੇ ਵਿੱਚ ਇੱਕ ਇਮਾਨਦਾਰ ਸੋਲਿਡ ਲੀਡਰਸ਼ਿਪ ਨਹੀਂ ਮਿਲ ਪਾਈ ਅੱਜ ਤੱਕ। ਕਮੀ ਜਿਹੜੀ ਸਭ ਤੋਂ ਵੱਡੀ ਰਹੀ, ਲੀਡਰਸ਼ਿਪ ਦੇ ਨਾਲ ਹੀ ਸਾਰਾ ਕੁਝ ਹੁੰਦਾ। ਹੁਣ ਜਦੋਂ ਬੰਨੋ ਮਾਈ ਦੀ ਲੜਾਈ ਲੜਨੀ ਪਈ ਹੈ ਤਾਂ ਸਾਡੀ ਕਮੇਟੀ ਜਦੋਂ ਮੂਹਰੇ ਅੜ ਕੇ ਖੜੀ ਹੋਈ ਹੈ ਤਾਂ ਸਾਰਾ ਸ਼ਹਿਰ ਉੱਠ ਕੇ ਆਇਆ। ਸ਼ਹਿਰ ਵੀ ਦੇਖਦਾ ਨਾ ਕਿ ਕੋਈ ਅੱਗੇ ਸਟੈਪ ਲੈਣ ਵਾਲਾ ਤਾਂ ਹੋਵੇ। ਹੋਇਆ ਕਿਆ ਕਿ ਸਾਡੇ ਉੱਤੇ ਲੀਡਰ ਥੋਪੇ ਜਾਂਦੇ ਰਹੇ ਆ। ਅਗਰ ਮੈਂ ਕਲੀਅਰ ਕਹਿ ਰਿਹਾ, ਅਗਰ ਉਹ ਸੁਰੰਗ ਬੰਦ ਨਾ ਹੁੰਦੀ ਤਾਂ ਇੱਥੇ ਟੂਰਿਸਟ ਪੁਆਇੰਟ ਆਫ ਵਿਊ ਨਾਲ ਵੀ, ਆਰਕੀਓਲੋਜੀਕਲ ਪੁਆਇੰਟ ਆਫ ਵਿਊ ਨਾਲ ਵੀ ਬਨੂੜ ਬਹੁਤ ਅੱਗੇ ਜਾਂਦਾ। ਲੇਕਿਨ ਨਹੀਂ। ਅੱਛਾ, ਅਸੀਂ ਬੱਚੇ ਸੀ ਉਸ ਟਾਈਮ। ਇਸ ਮੰਦਿਰ ਦੇ ਵਿੱਚ ਕੋਈ ਸਾਲਾਨਾ ਪ੍ਰੋਗਰਾਮ ਹੁੰਦਾ ਹੈ? ਸਰ ਹੁਣ 6 ਤਰੀਕ ਨੂੰ ਭੰਡਾਰਾ ਹੈ ਮਾਤਾ ਦਾ, ਹਰ ਸਾਲ ਭੰਡਾਰਾ ਹੁੰਦਾ ਹੈ ਜੀ। ਇੱਥੇ ਚੌਂਕੀ ਲੱਗਦੀ ਹੈ ਹਰ ਇਤਵਾਰ, ਔਰ ਇੱਥੇ ਤਾਂ ਜੋ ਮੁਰਾਦ ਮੰਗ ਲਓ ਜੀ, ਮੈਂ ਤਾਂ ਬਚਪਨ ਤੋਂ ਦੇਖਿਆ ਜੀ, ਪੂਰੀ ਹੁੰਦੀ ਹੈ। ਅਸੀਂ ਸੋਚ ਵੀ ਨਹੀਂ ਸੀ ਸਕਦੇ ਵੀ ਅਸੀਂ ਸ਼ਾਇਦ ਮਾਤਾ ਦੀ ਕਿਰਪਾ ਹੈ ਜੋ ਅੱਜ ਇੱਥੇ ਥੋੜ੍ਹਾ ਬਹੁਤ ਕੁਝ ਬਣ ਸਕੇ ਹਾਂ ਜੀ। ਪੂਰੀ ਆਸਥਾ ਹੈ ਲੋਕਾਂ ਦੀ, ਮਤਲਬ ਮੰਦਿਰ ਨੂੰ ਲੈ ਕੇ। ਬਨੂੜ ਦੇ ਇੱਕ ਬੱਚੇ ਦੀ, ਸਾਡੇ ਬਨੂੜ ਬਹੁਤ ਪਿਆਰਾ ਸ਼ਹਿਰ ਹੈ, ਲੋਕ ਬਹੁਤ ਪਿਆਰੇ ਹੈ, ਔਰ ਸਾਡੇ ਸਾਰੇ ਸ਼ਹਿਰ ਦੇ ਲੋਕਾਂ ਦੀ, ਚਾਹੇ ਉਹ ਕਿਸੇ ਜਾਤ ਦਾ ਹੈ, ਕਿਸੇ ਧਰਮ ਦਾ ਹੈ, ਸਭ ਦੀ ਆਸਥਾ ਮਾਤਾ ਦੇ ਚਰਨਾਂ ਦੇ ਵਿੱਚ ਹੈ। ਸਾਡੀ ਸਭ ਦੀ ਆਸਥਾ ਮਾਤਾ ਦੇ ਚਰਨਾਂ ਦੇ ਵਿੱਚ ਹੈ। ਸੋ ਦਰਸ਼ਕੋ, ਇਹ ਦਾਸਤਾਨ ਜੋ ਸਾਨੂੰ ਸੁਣਾਈ ਗਈ ਹੈ ਬੀਬੀ ਨੂਰਾਂ, ਜਿਹੜੇ ਬਾਅਦ 'ਚ ਉਹ ਜਿਨ੍ਹਾਂ ਦੇ ਨਾਮ ਤੇ ਇਹ ਬਨੂੜ ਜਿਹੜਾ ਵਸਿਆ ਸੀਗਾ, ਬਾ ਨੂਰ, ਅਕਬਰ ਤੇ ਬਾਬਰ, ਉਹਨਾਂ ਦੇ ਸਮੇਂ ਕਾਲ ਤੋਂ ਜਿਹੜੀ ਗੱਲ ਚੱਲਦੀ ਆ ਰਹੀ, ਉਹਨਾਂ ਦੀ ਪਿੰਡੀ ਦੇ ਤੁਸੀਂ ਉਹਨਾਂ ਦੀ ਮੂਰਤੀ ਦੇ ਭਾਵ ਕਹੀਏ, ਪਿੰਡੀ ਦੇ ਸਾਕਸ਼ਾਤ ਦਰਸ਼ਨ ਜਿਹੜਾ ਤੁਸੀਂ ਹੈਗਾ ਕਰ ਰਹੇ ਹੈਗੇ ਹੋ, ਤਾਂ ਤੁਹਾਨੂੰ ਅਸੀਂ ਥੋੜ੍ਹਾ ਬਾਹਰ ਜਾ ਕੇ ਵੀ ਦਿਖਾਵਾਂਗੇ। ਇੱਥੇ ਜੋ ਉਹਨਾਂ ਦੇ ਨਾਲ ਜੁੜਿਆ ਇਤਿਹਾਸਿਕ ਆਪਣਾ ਜਿਹੜਾ ਖੂਹ ਜਿਹੜਾ ਕਹਿੰਦੇ ਹੈ ਕਿ ਜਿੱਥੇ ਤਾਨਸੇਨ ਆਏ ਸੀਗੇ ਤੇ ਉਹਨਾਂ ਨੇ ਆ ਕੇ ਆਪਣਾ ਦਰਦ ਜਿਹੜਾ ਹੈਗਾ, ਦੁੱਖ ਜਿਹੜਾ ਸੀਗਾ ਤਾਨਸੇਨ ਦਾ ਮਲਹਾਰ ਰਾਗ ਗਾਣ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੈਦਾ ਹੋਇਆ ਸੀ, ਦੂਰ ਕੀਤਾ ਸੀ। ਇਹ ਉਹ ਇਤਿਹਾਸਕ ਖੂਹ ਹੈਗਾ, ਤੁਸੀਂ ਦੇਖ ਸਕਦੇ ਹੋ ਮਾਂ ਬੰਨੋ ਮਾਈ ਖੂਹ ਅਤੇ ਇਤਿਹਾਸਕ ਮੰਦਿਰ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਏ ਹੈਗੇ। ਇਹ ਇਤਿਹਾਸ ਸ਼ਾਇਦ ਸਾਨੂੰ ਧੁਣ ਕੇ ਵੀ ਸੁਣ ਕੇ ਹੈਰਾਨੀ ਹੋ ਰਹੀ ਹੋਏਗੀ ਕਿ ਬੀਬੀ ਨੂਰਾਂ ਦੇਵੀ ਜਿਹੜੀ ਮਾਤਾ ਬੰਨੋ ਬਣ ਗਈ ਸੀਗੀ ਬਾਅਦ 'ਚ, ਉਹਨਾਂ ਦੇ ਨਾਂ 'ਤੇ ਵਸਿਆ ਹੋਇਆ ਇਹ ਸ਼ਹਿਰ ਹੈ ਤੇ ਹਜ਼ਾਰਾਂ ਸਾਲ ਪੁਰਾਣਾ ਇਹ ਧਾਰਮਿਕ ਇਤਿਹਾਸ ਆਪਣੇ ਅੰਦਰ ਸਮੋਈ ਬੈਠਾ ਹੈਗਾ। ਵਿਜੇ ਪ੍ਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਬਨੂੜ।